ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। महान दिवस मुहूर्त भले जिसको नदर करे, नानक मंगै दर्श दान कृपा करो हरे। नानक मंगै दर्श दान कृपा करो हरे। सतनाम वाहेगुरु साहिब जियो। 12 महा मौज महला पंजवा घर चौथा। एक ओंकार सतगुर प्रसाद। असुन प्रेम उमाहड़ा क्यों मिलिए हर जाए। मन तन प्यास दर्शन कहानी कोई आन मिलावे माए। असुन प्रेम उमाहड़ा क्यों मिलिए हर जाए। मन तन प्यास दर्शन कहानी कोई आन मिलावे माए। संत सहाय प्रेम के हाँ तिनकै लागा पाए। विण प्रभ क्यों सुख पाईऐ दूजी नाही जाए। जिनी चाखिया प्रेम रस से तृप्त रहे आघाय। आप त्याग बिनती करें ले प्रभु लड़ लाए। जो हर कंत मिलाइयाँ से विछुड़ कतै ना जाए। प्रभ विण दूजा को नहीं नानक हर शरणाय। असों सुखी वसंदिया जिना मया हर राय। प्रभ विण दूजा को नहीं नानक हर शरणाए। असों सुखी वसंदिया जिना मया हर राय। वाहिगुरु जी का खालसा वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी गुरु पातशाह जी दी अजीम अपार बख्शिश। शाम समय ਅਸੀਂ सत्संगत माण रहे हैं। अजे हुणे आप गुरबाणी कीर्तन सरवण कर रहे सी। ਹੁਣ ਅਗਲੇਰਾ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਗੋਚਰੇ ਹਰ ਰੋਜ਼ ਤੇ ਅਸੀਂ ਲੜੀਵਾਰ ਗੁਰਬਾਣੀ ਦੀ ਵਿਆਖਿਆ ਕਰਦੇ ਹਾਂ। ਪਰ ਜਿਵੇਂ ਆਪ ਨੂੰ ਪਤਾ ਆ ਸਾਡੀ ਰਵਾਇਤ ਦੇ ਮੁਤਾਬਕ ਜਦੋਂ ਦੇਸੀ ਮਹੀਨਿਆਂ ਦੀ ਪ੍ਰਾਰੰਭਤਾ ਹੁੰਦੀ ਹੈ ਤਾਂ ਉਸ ਦਿਨ ਜੋ ਰਚਨਾ ਮਾਝ ਰਾਗ ਵਿੱਚ 12ਵਾਂ ਸਿਰਨਾਵੇਂ ਹੇਠ ਹੈ ਉਸ ਮਹੀਨੇ ਦੇ ਸਿਰਨਾਵੇਂ ਦੇ ਨਾਲ ਜੋ ਪਦਾ ਹੈ ਉਹ ਅਕਸਰ ਪੜ੍ਹਿਆ ਜਾਂਦਾ ਹੈ ਗਾਇਆ ਜਾਂਦਾ ਹੈ। ਸਮਾਂ ਬਣਦਾ ਤਾਂ ਉਹਦੀ ਵਿਆਖਿਆ ਵੀ ਅਸੀਂ ਕਰਦੇ ਹਾਂ। ਸੋ ਸੇ ਪਾਵਨ ਬਚਨ ਸੁਣਦੇ ਆਪ ਜੀ ਨੇ ਪਦੇ ਦਾ ਪਾਠ ਸਰਵਨ ਕੀਤਾ ਹੈ।
ਅਗਲੇਰੇ ਸਮੇਂ 'ਚ ਇਹਦੀ ਵਿਚਾਰ ਵਿਵੇਚਨਾ ਨਾਲ ਅਸੀਂ ਸਾਂਝ ਪਾਉਣੀ ਹੈ। ਇਸ ਬਾਬਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਮੁੱਚਾ ਉਪਦੇਸ਼ ਹੈ ਉਹ ਸਾਡੇ ਮਾਨਵ ਕਲਿਆਣ ਦਾ ਆ। When I'm saying ਮਾਨਵ ਕਲਿਆਣ ਮੀਨ ਸਾਡੇ ਵੈਲਬੀਇੰਗ ਤੋਂ ਵੈਲਬੀਇੰਗ ਦੇ ਵਿੱਚ ਇਹ ਹੈਗਾ ਕਿ ਜਿਹਨੂੰ ਬਚਨ ਅਸੀਂ ਪੜ੍ਹਦੇ ਹਾਂ ਕਿ ਦੀਨ ਕੈ ਤੋਸੈ ਦੁਨੀ ਨਾ ਜਾਏ, ਹੈ ਤੇ ਸਾਰੀ ਸਪਿਰਿਚੁਅਲਿਟੀ ਰੂਹਾਨੀਅਤ ਦੀਨ ਦਾ ਤੋਸਾ ਖਜ਼ਾਨਾ, ਪਰ ਦੁਨੀ ਸਵਰੇ ਗਵਾਚੇ ਨਾ। ਸੋ ਇਹ ਦੀਨ ਦੁਨੀਆ ਦੋਵਾਂ ਦਾ ਸੁਮੇਲ ਪੂਰਾ ਗੁਰੂ ਗ੍ਰੰਥ ਸਾਹਿਬ ਸਾਨੂੰ ਸੰਦੇਸ਼ ਦਿੰਦਾ ਹੈ। ਇਹਦੇ 'ਚ ਗੁਰੂ ਮਹਾਰਾਜ ਜੀ ਨੇ ਬੜੇ ਵਰਾਇਟੀਫੁਲ ਵੇ ਦੇ ਨਾਲ, ਬੜੇ ਵੇਰੀਅਸ ਢੰਗਾਂ ਦੇ ਨਾਲ, ਖਾਸ ਕਰਕੇ ਜਿਵੇਂ ਪੰਜਾਬ ਦੀ ਤਰਬੀਅਤ ਦੇ ਵਿੱਚ ਪੰਜਾਂ ਦਰਿਆਵਾਂ ਦੀ ਧਰਤੀ, ਜਿੱਥੇ ਗੁਰੂ ਸਾਹਿਬ ਨੇ ਉਸ ਖਾਲਿਸ ਮਨੁੱਖ ਦੀ ਲੈਬ ਬਿਲਡ ਕੀਤੀ, ਜਿੱਥੇ ਮਨੁੱਖ ਨੂੰ ਉਹ ਵੈਲਿਊ ਬੇਸਡ ਉਹ ਡਿਗਨਿਟੀ 'ਤੇ ਜਿਹੜੀ ਹੈ ਇੰਟੀਗ੍ਰਿਟੀ ਦੇ ਨਾਲ, ਜਿਹੜੀ ਸਵੈਮਾਨ ਅਤੇ ਦੂਸਰੇ ਦੇ ਮਾਨ ਮਨੋਵਰ ਨੂੰ ਸੌਂਪਦਿਆਂ ਹੋਇਆਂ ਬੜੀ ਸਚਿਆਰਤਾ ਵਾਲੀ, ਟਰੂਥਫੁਲਨੈਸ ਵਾਲੀ ਜਿਹੜੀ ਜੀਵਨ ਜਾਚ ਸਿਖਾਈ, ਉਹ ਸਾਰੀ ਫਿਜ਼ਾਨ ਦੇ ਵਿੱਚ ਜਿਹੜਾ ਪੰਜਾਬ ਦੀ ਬੋਲੀ ਦੇ ਵਿੱਚ ਵੱਖਰੇ ਵੱਖਰੇ ਕਾਫੀਏ, ਜਿਹਨੂੰ ਅਸੀਂ ਫੋਕਲੋਰ ਦਾ ਰੰਗ ਕਹਿੰਦੇ ਹਾਂ, ਉਹ ਸਾਰਾ ਮੌਜੂਦ ਸੀਗਾ। ਉਸੇ ਰੰਗ 'ਚ ਗੁਰੂ ਸਾਹਿਬ ਨੇ ਰੂਹਾਨੀ ਖੁਸ਼ਬੂ ਭਰ ਦਿੱਤੀ। ਜਿਵੇਂ ਅੱਜ ਵੀ ਵਿਆਹਾਂ ਦੇ ਸਮੇਂ ਲੋਕਾਂ ਨੂੰ ਤੁਸੀਂ ਦੇਖਿਆ ਹੋਵੇਗਾ ਘੋੜੀਆਂ ਗਾਉਂਦਿਆਂ, ਸੁਹਾਗ ਗਾਉਂਦਿਆਂ, ਛੰਤ ਵਗੈਰਾ ਕਹਿੰਦਿਆਂ ਗੁਰੂ ਗ੍ਰੰਥ ਸਾਹਿਬ ਦਾ ਵੱਡਾ ਹਿੱਸਾ ਤੁਹਾਨੂੰ ਮਿਲ ਜਾਏਗਾ, ਜਿਹਦੇ 'ਚ ਛੰਤ ਰੂਪ ਮਿਲੇਗਾ, ਜਿਹਦੇ 'ਚ ਜਿਵੇਂ ਸੋਹਿਲਾ ਸਿਰਨਾਵਾਂ ਹੀ ਸ਼ਬਦ ਦਾ ਹੈ, ਸੁਹਾਗ ਦਾ ਗੀਤ, ਉਹਦਾ ਸਾਰਾ ਪ੍ਰਸੰਗ ਵੀ ਪਹਿਲਾ ਇਸੇ ਤਰੀਕੇ ਨਾਲ ਹੈ। ਘੋੜੀਆਂ ਸਿਰਨਾਵੇਂ ਹੇਠ ਉਪਦੇਸ਼ ਮਿਲ ਰਿਹਾ ਸਾਨੂੰ। ਸੋ ਗੁਰੂ ਸਾਹਿਬ ਨੇ ਉਸ ਫੋਕ ਦੇ ਰੰਗ ਵਿੱਚ ਰੂਹਾਨੀ ਖੁਸ਼ਬੂ ਭਰ ਦਿੱਤੀ, ਇੱਕ ਐਸਾ ਸੰਦੇਸ਼ ਜਿਹੜਾ ਸਾਡੀ ਵੈਲਬੀਇੰਗ ਵਾਸਤੇ ਸਦੀਵ ਕਾਲੀ ਅਮਰ ਹੋ ਗਿਆ। ਇਨ ਬਿਨ ਹੋਰ ਬਹੁਤ ਸਾਰੇ ਕਾਵ ਰੂਪ ਨੇ, ਜਿਵੇਂ ਵਾਰਾਂ ਨੇ, ਇਸੇ ਤਰੀਕੇ ਦੇ ਨਾਲ 12ਵਾਂ ਰਚਨਾ 2 ਵਾਰ ਲਿਖੀ ਗਈ ਹੈ। ਇੱਕ ਵਾਰੀ ਤੁਖਾਰੀ ਦਾ ਹਿੱਸਾ ਗੁਰੂ ਨਾਨਕ ਸਾਹਿਬ ਦਾ ਉਚਰਿਤ ਕੀਤਾ ਬਚਨ ਹੈ, ਦੂਸਰੀ ਵਾਰ ਮਾਝ ਦਾ ਹਿੱਸਾ ਗੁਰੂ ਅਰਜਨ ਸਾਹਿਬ ਜੀ ਦਾ ਉਚਰਿਤ ਕੀਤਾ ਹਿੱਸਾ ਹੈ, ਜੋ ਇਹਦੇ 'ਚ ਪਾਵਨ ਸੰਦੇਸ਼ ਹੈ। ਅਕਸਰ ਅਸੀਂ ਇਹਦੇ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ, ਜਦੋਂ ਮਹੀਨੇ ਬਾਅਦ ਸਮਾਂ ਬਣਦਾ ਅਸੀਂ ਪਦਿਆਂ ਦੀ ਵਿਆਖਿਆ ਕਰਦੇ ਹਾਂ। ਤੋ ਇਹ 'ਚ ਹੈ ਕਿ ਜਿਹੜੀ ਰਚਨਾ 12ਵਾਂ ਹੈ, ਇਹਦਾ ਮੁੱਖ ਮਜ਼ਮੂਨ 3 ਹਿੱਸਿਆਂ 'ਚ ਵੰਡਿਆ ਜਾਂਦਾ ਹੈ। ਪਹਿਲਾ ਹਿੱਸਾ ਜੋ ਹੈ ਉਹ ਹੈਗਾ ਕਿ ਇਸ ਪਾਵਨ ਰਚਨਾ ਦੇ ਅੰਦਰ ਗੁਰੂ ਸਾਹਿਬ ਨੇ ਬਿਰਹਾ ਦੀ, ਵਿਛੋੜੇ ਦੀ ਬਾਤ ਕੀਤੀ ਹੈ, ਕਿਉਂਕਿ ਇਹ ਮੰਨਿਆ ਕਿ ਸਾਡੀ ਸੁਰਤ ਦਾ ਵਿਛੋੜਾ ਪੈ ਗਿਆ ਉਸ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਤੋਂ। When people are not aware that we belong from Almighty Akal Purkh Vaheguru, then they have some kind of scary feelings. They have some kind of isolation, ikalata. They have some kind of, you can say, bad choices. They do, because ਜਦੋਂ ਸਾਨੂੰ ਇਹ ਰਿਅਲਾਈਜ਼ ਹੋਏ ਸਾਨੂੰ ਕਿਹੜਾ ਕਿਸੇ ਨੂੰ ਪਤਾ ਲੱਗਣਾ ਆ, ਬੰਦਾ ਉਹੋ ਜਿਹੇ ਕੰਮ ਕਰੀ ਜਾਂਦਾ ਹੈ। ਜਦੋਂ ਅਹਿਸਾਸ ਹੋਏ ਕਿ ਪਤਾ ਤੇ ਹੈ ਜਿਹੜਾ ਸਭ ਕਾਸੇ ਨੂੰ ਚਲਾਉਣ ਵਾਲਾ, ਬਣਾਉਣ ਵਾਲਾ ਆ, ਉਹਦੇ ਆਸ਼ੇ ਦੇ ਵਿੱਚ ਬੰਦੇ ਦੇ ਜੀਵਨ ਦਾ ਫਿਰ ਆਪਣੇ ਆਪ ਚੰਗੇਰੀਆਂ ਚੋਇਸਿਸ ਬਣਦੀਆਂ ਨੇ, ਚੰਗੇਰੇ ਰਾਹ 'ਤੇ ਤੁਰਦਾ ਆ। ਗੁਰੂ ਬਾਬਾ ਜੀ ਨੇ ਬਾਤ ਕੀਤੀ, ਇਹ ਵਿਛੋੜਾ ਬੜਾ ਦੁਖਦਾਇਕ ਹੈ। ਇਸ ਵਿਛੋੜੇ ਦੇ ਸਦਕਾ ਅਸੀਂ ਬਹੁਤ ਸਾਰੇ ਐਸੇ ਕਰਮਾਂ ਦੇ ਬੀਜ ਬੀਜਦੇ ਹਾਂ ਜਿਨ੍ਹਾਂ ਦੇ ਬਾਅਦ 'ਚ ਫਲ ਖਾਣੇ ਬੜੇ ਔਖੇ ਲੱਗਦੇ ਨੇ। ਸੋ ਹੇ ਅਕਾਲ ਪੁਰਖ ਵਾਹਿਗੁਰੂ, ਤਰਸ ਕਰ ਸਾਡੇ ਉੱਤੇ, ਸਾਡੇ ਤੇ ਤੇਰੇ ਦਰਮਿਆਨ ਜਿਹੜਾ ਵਿਛੋੜਾ ਆ, ਪਾਵਸ ਜਿਹੜਾ ਭੁੱਲ ਗਏ ਅਸੀਂ ਤੇਰਾ ਰੂਪ ਆ, ਤੇਰੇ ਵਿੱਚੋਂ ਆਏ ਹਾਂ। ਇਹ ਚੀਜ਼ ਸਾਨੂੰ ਯਾਦ ਰਹੇ, ਅਹਿਸਾਸ ਰਹੇ, ਅਸੀਂ ਉਸਨੂੰ ਜੀਵੀਏ, ਅਸੀਂ ਉਸਨੂੰ ਉਸ ਲੈਵਲ 'ਤੇ ਜਿਹੜਾ ਹੈਗਾ ਉਹ ਮੈਨੀਫੈਸਟ ਹੋਏ ਸਾਡੀ ਸੁਰਤ ਦੇ ਵਿੱਚ। ਸੋ ਪਹਿਲਾ ਜਿਹੜਾ ਇਹਦਾ
12 ਮਾਹ ਦਾ ਮਜ਼ਮੂਨ ਹੈ ਉਹ ਹੈਗਾ ਵਿਛੋੜੇ ਦੀ ਤਾਬ। ਅਤੇ ਵਿਛੋੜੇ ਦੀ ਤਾਬ ਇਹ ਹੈ ਵੀ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਵੀ ਇਹ ਅਕਾਲ ਪੁਰਖ ਜੀ ਕਿਰਤ ਕਰਮ ਆਪਣੇ ਕਰਮਾਂ ਦੇ ਸਦਕਾ, ਅਤੇ ਕਿਰਤ ਕਰਮ ਦੀ ਵਿਆਖਿਆ ਵੈਸੇ ਅਕਸਰ ਕਰਦੇ ਹਾਂ, ਜੋ ਕੰਮ ਇੱਕ ਵਾਰੀ ਕੀਤਾ ਜਾਂਦਾ ਆ ਉਹ ਸਾਡਾ ਕਰਮ ਹੁੰਦਾ ਹੈ, ਪਰ ਜਿਵੇਂ ਜਿਵੇਂ ਅਸੀਂ ਉਸ ਨੂੰ ਦੁਹਰਾਉਂਦੇ ਹਾਂ ਉਹ ਸਾਡੀ ਕਿਰਤ ਬਣ ਜਾਂਦੀ, ਕਸਬ ਬਣ ਜਾਂਦਾ, ਨੇਚਰ ਬਣ ਜਾਂਦਾ, ਸੁਭਾਅ ਬਣ ਜਾਂਦਾ। ਸੋ ਸੁਭਾਵਕ ਤੌਰ 'ਤੇ ਹੀ ਸਾਡੀਆਂ ਚੋਇਸਿਸ ਐਸੀਆਂ ਨੇ, ਅਸੀਂ ਤੇਰੇ ਤੋਂ ਦੂਰ ਜਾ ਰਹੇ ਹਾਂ, ਤੇਰੇ ਨੇੜੇ ਨਹੀਂ ਆ ਰਹੇ। ਕਿਰਤ ਕਰਮ ਕੇ ਵਿਛੁੜੇ। ਫਿਰ ਇਹ ਵੀ ਹੈ, ਸਪੋਜ਼ ਬੰਦਾ ਕੋਈ ਕਹੇ ਕਿ ਕਿਸੇ ਤਰੀਕੇ ਨਾਲ ਚੋਇਸਿਸ ਠੀਕ ਕਰ ਲਓ, ਚੋਇਸਿਸ ਠੀਕ ਨਹੀਂ ਹੁੰਦੀਆਂ। ਇੱਕ ਪਾਸੇ ਚੋਇਸਿਸ ਠੀਕ ਨਹੀਂ ਹੁੰਦੀਆਂ, ਦੂਜੇ ਪਾਸੇ ਜਿਹੜਾ ਦੁੱਖ ਹੈ, ਜਿਹੜਾ ਵਿਛੋੜਾ ਹੈ, ਹੋਰ ਵਧੀ ਜਾਂਦਾ ਹੈ। ਸੋ ਇਹ ਅਕਾਲ ਪੁਰਖ ਜੀ ਤੇਰੇ ਅੱਗੇ ਅਰਦਾਸ ਇਹ ਹੈ ਵੀ ਕਰ ਕਿਰਪਾ ਮੇਲੋ ਰਾਮ, ਕਿਰਪਾ ਕਰ, ਤਰਸ ਕਰਦੇ ਸਾਡੇ 'ਤੇ। ਜੇ ਤੂੰ ਸਾਨੂੰ ਆਪਣੀ ਹੋਂਦ ਦੇ ਉਸ ਜਲਵੇ ਨਾਲ, ਉਸ ਜਲਾਉ ਨਾਲ ਨਵਾਜ਼ ਦੇਂਗਾ, ਸਾਡੀ ਹੋ ਸਕਦਾ ਸਾਂਝ ਤੇਰੇ ਨਾਲ ਬਣ ਆਵੇ। ਸੋ ਕਰ ਕਿਰਪਾ ਮੇਲੋ ਰਾਮ। ਬਾਕੀ ਵਿਛੋੜੇ ਦੀ ਤਾਪ ਕੈਸੀ ਹੈ, ਉਹਦਾ ਮਹਾਰਾਜ ਨੇ ਜੋ ਅਗਲੀਆਂ ਲਾਈਨਾਂ ਜ਼ਿਕਰ ਕੀਤਾ ਕਿ ਤੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੈ, ਕਾਮ ਜਲ ਬਿਨ ਸਾਹ ਕੁਮਲਾਵਤੀ ਉਪਜੈ ਨਾਹੀ ਦਾਮ। ਹਾਲਤ ਇਹ ਹੈ ਜਿਵੇਂ ਫਸਲ ਪਾਣੀ ਤੋਂ ਬਿਨਾਂ ਸੁੱਕ ਜਾਂਦੀ ਹੈ, ਮੇਰੀ ਹਾਲਤ ਤੋਂ ਆ। ਇਹ ਅਕਾਲ ਪੁਰਖ ਵਾਹਿਗੁਰੂ, ਮੈਨੂੰ ਤੇਰੇ ਸਨੇਹ ਦਾ, ਪਿਆਰ ਦਾ, ਮਲਾਪ ਦਾ ਜੇ ਪਾਣੀ ਨਹੀਂ ਪਏਗਾ, ਮੇਰੇ ਜੀਵਨ ਦੀ ਫਸਲ ਉਜੜ ਜਾਏਗੀ, ਇਹਦੇ 'ਚੋਂ ਕੋਈ ਦਾਮ ਨਹੀਂ ਉਪਜਣਗੇ। ਹੁਣ ਇਹਦਾ ਮਤਲਬ ਇਹ ਹੈ ਮਾਈ ਲਾਈਫ ਇਜ਼ ਗੋਇੰਗ ਟੂ ਬੀ ਮੀਨਿੰਗਲੈਸ। ਸੋ ਇਸ ਤਰੀਕੇ ਦੀ ਬਾਤ ਆ ਰਹੀ ਹੈ ਇਹਦੇ ਅੰਦਰ। ਤੇਨ ਦੁੱਧੈ ਤੇ ਬਾਹਰੀ, ਦੁੱਧ ਦੇਣ ਵਾਲਾ ਗੁਣ ਪਸ਼ੂ ਕੋਲ ਹੁੰਦਾ, ਜਿਹਦੇ ਕੋਲ ਉਹਦੇ ਕੋਲੋਂ ਗੁਣ ਖੋਲ, ਉਹਦੀ ਵੈਲਿਊ ਬਿਲਕੁਲ ਜਿਹੜੀ ਹੈ ਜ਼ੀਰੋ ਹੋ ਜਾਂਦੀ। ਐਗਜ਼ੈਕਟਲੀ ਮੇਰੀ ਹਾਲਤ ਹੈ। ਸੋ ਇਹ ਤੜਪਨਾ ਦੇ ਨਾਲ, ਇਸ ਵੇਦਨ ਦੇ ਨਾਲ, ਇਸ ਸ਼ਬਦ ਦੀ, ਇਸ 12 ਮਾਹ ਰਚਨਾ ਦੀ ਪ੍ਰਾਰੰਭਤਾ ਹੁੰਦੀ ਹੈ। ਇਸ ਤੋਂ ਬਾਅਦ ਫਿਰ ਅਸੀਂ ਜਿਹੜਾ ਪਹਿਲਾ ਪਤਾ ਪੜ੍ਹਦੇ ਹਾਂ, ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ। ਫਿਰ ਚੇਤ ਦਾ ਮਾਇਨਾ ਮਹੀਨੇ ਦਾ ਸਿਰਨਾਵਾਂ ਵੀ ਹੈ, ਪਰ ਚੇਤੇ ਕਰਨਾ ਵੀ, ਯਾਦ ਕਰਨਾ ਵੀ ਹੈ, ਵਾਰ-ਵਾਰ ਆਪਣੇ ਆਪ ਨੂੰ ਰਿਅਲਾਈਜ਼ ਕਰਾਉਣਾ ਆ, ਅਹਿਸਾਸ ਕਰਾਉਣਾ ਆ। ਸਭ ਕਹਿੰਦੇ ਇੱਥੋਂ ਫਿਰ ਬਾਤ ਸ਼ੁਰੂ ਹੋਏਗੀ। ਫਿਰ ਅੱਗੇ ਜਿਵੇਂ ਜਿਵੇਂ ਅਸੀਂ ਅੱਗੇ ਤੁਰਦੇ ਹਾਂ, ਫਿਰ ਵੈਸਾਖ ਤੀਰਣ ਕਿਉਂ ਵਾਂਡੀਆਂ, ਜਿੰਨਾ ਪ੍ਰੇਮ ਵਿਛੋ। ਵਿਛੋੜੇ ਵਾਲਿਆਂ ਨੂੰ ਫਿਰ ਧੀਰਜ ਕਿੱਥੇ ਵੱਜਦਾ ਆ, ਉਹ ਵਾਰ-ਵਾਰ ਹੋਰ ਤੜਪਦੇ ਨੇ। ਫਿਰ ਥੋੜ੍ਹਾ ਹੋਰ ਅੱਗੇ ਵੱਧਦੇ ਆ, ਜੇਠ ਜੁੜਨ ਦਾ ਲੋੜੀਆ ਜਿਸ ਅੱਗੇ ਸਭ ਨਿਵਨ। ਭਾਵ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਭ ਤੋਂ ਸ਼੍ਰੇਸ਼ਟ ਹੈ, ਉਹਦੇ ਨਾਲ ਹਰ ਕੋਈ ਜਿਹਦੇ ਅੱਗੇ ਨਿਵੇਂ ਆ, ਉਹਦੇ ਅੱਗੇ ਜੁੜਨਾ, ਉਹਦੇ ਨਾਲ ਜੋੜਨ, ਸਾਨੂੰ ਆਪਣੀ ਜੋੜਨ ਵਾਸਤੇ ਐਫਰਟ ਪਾਉਣੀ ਚਾਹੀਦੀ ਹੈਗੀ ਹੈ। ਫਿਰ ਨਾਲ ਹੀ ਬਚਨ ਆਇਆ, ਸਾੜ ਤਪੰਦਾ ਤਿਸ ਲੱਗੇ, ਫਿਰ ਉਸ ਰੂਪ ਵਿੱਚ ਮੈਸੇਜ ਆ ਗਿਆ। ਫਿਰ ਅੱਗੇ ਅਸੀਂ ਵਧੇ ਤੇ ਸਾਵਨ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ। ਪਿਛਲਾ ਪਦਾ ਮਹੀਨੇ ਦਾ ਅਸੀਂ ਪੜ੍ਹਿਆ ਸੀ, ਭਾਦੋਂ ਹੀ ਪਰਮ ਭੁਲਾਣੀਆਂ ਦੂਜੇ ਲੱਗਾ ਹੇਤ। ਜਦੋਂ ਡੁਐਲਿਟੀ ਬਹੁਤ ਜ਼ੋਰ 'ਤੇ ਹੁੰਦੀ ਹੈ ਤੇ ਫਿਰ ਐਕਚੁਅਲੀ ਡੁਐਲਿਟੀ ਹਮੇਸ਼ਾ ਹੀ ਇਹ ਕਰਦੀ ਹੈ ਕਿ ਰਾਈਟ ਚੋਇਸ ਨਹੀਂ ਬਣਾਉਣ ਦਿੰਦੀ। ਡੁਐਲਿਟੀ ਦਾ ਸਭ ਤੋਂ ਵੱਡਾ ਇਹੀ ਜਿਹਨੂੰ ਕਿਹਾ ਜਾਏ ਕਿ ਸੈਟਬੈਕ ਹੈਗਾ ਕਿ ਬੰਦਾ ਰੋਂਗ ਚੋਇਸ ਬਣਾ ਲੈਂਦਾ ਜਦੋਂ ਡੂਅਲ ਮਾਈਂਡ ਹੋ ਜਾਂਦਾ। ਸੋ ਉਸ ਪਦੇ ਦੇ 'ਚ ਉਸ ਕਿਸਮ ਦੀ ਬਾਤ ਆ ਰਹੀ ਸੀ। ਹੁਣ ਬਾਤ ਆਈ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ। ਇਹਦੇ ਨਾਲ ਥੋੜ੍ਹਾ ਜਿਹਾ ਵੀ ਹੈ ਕਿ ਹਾਲਾਂਕਿ ਰੁੱਤਾਂ ਦੀ ਆਪਣੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦਰਜ ਹੈ। ਇਹ 12 ਮਾਹ ਆ, ਮਹੀਨੇ ਦੇ ਸਿਰਨਾਵੇਂ ਦੇ ਨਾਲ ਰੁੱਤਾਂ ਜਿਹੜੀਆਂ 6 ਰੁੱਤਾਂ ਮੰਨੀਆਂ ਜਾਂ ਮਤਲਬ ਅਸੀਂ ਹੰਡਾਨੇ ਹਾਂ, ਸੀਜ਼ਨਸ ਜਿਹੜੇ ਹੈਗੇ ਨੇ, ਉਹਨਾਂ ਦਾ ਵੀ ਪੂਰੇ ਦਾ ਪੂਰਾ ਉਹਨਾਂ ਦੇ ਜ਼ਰੀਏ ਮੈਸੇਜ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਹੈਗਾ। ਪਰ ਇਹਦੇ ਨਾਲ ਹੀ ਜਿਵੇਂ ਆਪ ਦੇਖੋਗੇ ਬਰਸਾਤੀ ਰੁੱਤ ਵਿਦਾ ਹੋ ਰਹੀ ਹੈ, ਅਤੇ ਬਰਸਾਤੀ ਰੁੱਤ ਦੇ ਨਾਲ ਜਿਹੜੀ ਅਗਲੀ ਰੁੱਤ ਹੈ ਹਾਰਵੈਸਟਿੰਗ ਸੀਜ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਆਲਮੋਸਟ ਔਨ ਦਾ ਵੇ ਹੈਗਾ। ਇਹਦੇ ਵਿੱਚ ਅਰਲੀ ਜਿਹੜੀ ਹੈ ਫਾਲ ਹੁੰਦੀ ਹੈ, ਮਤਲਬ ਕੰਪਲੀਟ ਫਾਲ ਨਹੀਂ ਕਿ ਅਰਲੀ ਫਾਲ ਆ, ਇਹ ਵਿਚਕਾਰਲਾ ਸਮਾਂ ਹੁੰਦਾ ਉਹਦਾ। ਇਹਦੇ ਅੰਦਰ ਸੁਹਾਵਣੀ ਰੁੱਤ ਆ ਜਾਂਦੀ ਹੈ, ਅਜੇ ਹਰਿਆਵਲ ਆ, ਅਜੇ ਬਿਰਖਾਂ 'ਤੇ ਪੱਤ ਨੇ, ਅਜੇ ਫਲ ਆ, ਅਜੇ ਬਲਕਿ ਫਸਲਾਂ ਪੱਕ ਰਹੀਆਂ ਨੇ। ਸੋ ਇਸ ਸਾਰੇ ਸੁਹਾਵਣੇਪਣ ਦੇ ਵਿੱਚੋਂ, ਅਤੇ ਇਸ ਤਰ੍ਹਾਂ ਕਹਿ ਲਓ ਕਿ ਇੱਕ ਜਿਵੇਂ ਜਿਹੜੀ ਆਬੋ ਹਵਾ ਆ, ਜਿਹੜਾ ਵੈਦਰ ਆ, ਇਹ ਕੁਝ ਪੋਜ਼ੀਟਿਵਿਟੀ ਸਾਨੂੰ ਜਿਹੜਾ ਡਿਲੀਵਰ ਕਰਦਾ ਆ। ਲੋਕ ਕਈ ਵਾਰੀ ਕਹਿ ਦਿੰਦੇ ਨਾ, ਉਹ ਟੂਡੇਜ਼ ਐਕਚੁਅਲੀ ਵੈਦਰ ਇਜ਼ ਸੋ ਸੈਡ। ਕਿਉਂਕਿ ਸਵੇਰ ਤੋਂ ਬੱਦਲ ਹੋਏ ਸੀ, ਧੁੰਦ ਪਈ ਸੀ, ਕੁਝ ਇਸ ਕਿਸਮ ਦਾ ਸੈਡ ਜਿਹਾ ਫੀਲ ਕਰ ਰਹੇ ਸੀ ਕਿ ਨੀਂਦ ਆਈ ਜਾ ਰਹੀ ਸੀ, ਉਹ ਬੜਾ ਉਦਾਸ ਜਿਹਾ ਸੀਗਾ। ਅਤੇ ਕਈ ਵਾਰ ਬੜਾ ਬਰਾਈਟ ਸਨੀ ਉਸ ਤਰੀਕੇ ਨਾਲ ਹੁੰਦਾ, ਤਾਂ ਲੋਕ ਕਹਿੰਦੇ ਯਾਰ ਟੂਡੇਜ਼ ਦ ਡੇ ਵਾਜ਼ ਸੋ ਬਰਾਈਟ ਸੋ ਸਨੀ।
ਸੋ ਫੁੱਲ ਵਿਦ ਐਨਰਜੀ, ਇਸ ਕਿਸਮ ਦੀ ਗੱਲ ਆਉਂਦੀ ਹੈ। ਜਿਹੜਾ ਇਹ ਹਾਰਵੈਸਟਿੰਗ ਸੀਜ਼ਨ ਆ, ਇਹਦੇ 'ਚ ਇੱਕ ਵੱਡੇ ਲੈਵਲ 'ਤੇ ਜਿਹੜਾ ਹੈਗਾ ਬਰਾਈਟਨੈਸ ਦੀ ਗੱਲ ਆਉਂਦੀ ਹੈ, ਇਹਦੇ 'ਚ ਪੋਜ਼ੀਟਿਵਿਟੀ ਦੀ ਗੱਲ ਆਉਂਦੀ ਹੈ, ਖੁਸ਼ੀ ਦੀ ਗੱਲ ਆਉਂਦੀ ਹੈ। ਗੁਰੂ ਸਾਹਿਬ ਨੇ ਕਿਹਾ ਅਸੁਨ ਪ੍ਰੇਮ ਉਮਾਹੜਾ, ਉਮਾਹ ਆਉਂਦਾ। ਅਤੇ ਉਮਾਹ ਐਕਚੁਅਲ ਲੈਵਲ 'ਤੇ ਜਿਹੜਾ ਹੈ ਦਾ ਮਤਲਬ ਹੀ ਐਕਸਾਈਟਮੈਂਟ। ਕਿਉਂ ਮਿਲੀਏ ਹਰ ਜਾਏ, ਆਖਰਕਾਰ ਇਹ ਐਕਸਾਈਟਮੈਂਟ ਹੁੰਦੀ ਵੀ ਹਰੀ ਨੂੰ ਕਦੋਂ ਜਾ ਕੇ ਮਿਲ ਲਿਆ ਜਾਏ, ਕਿਹੜਾ ਟਾਈਮ ਹੋਏ। ਜਿਵੇਂ ਸਪੋਜ਼ ਤੁਸੀਂ ਕਿਸੇ ਚੀਜ਼ ਦੀ ਵੇਟ ਕਰਦੇ ਹੋ ਅਤੇ ਵੇਟ ਕਰਦਿਆਂ ਹੋਇਆਂ ਬਿਲਕੁਲ ਉਹ ਟਾਈਮ ਆ ਜਾਂਦਾ ਜਦੋਂ ਤੁਸੀਂ ਆਲਮੋਸਟ ਉਸ ਚੀਜ਼ ਨੂੰ ਪ੍ਰਾਪਤ ਕਰਨ ਦੇ ਨੇੜੇ ਹੁੰਦੇ ਹੋ। ਅਤੇ ਉਹ ਜਿਹੜਾ ਥੋੜ੍ਹਾ ਜਿਹਾ ਟਾਈਮ ਹੁੰਦਾ ਆ, ਉਹਦੇ 'ਚ ਐਕਸਾਈਟਮੈਂਟ ਵੀ ਹੁੰਦੀ ਹੈ, ਪਰ ਉਹਦੇ 'ਚ ਇਹ ਵੀ ਹੁੰਦਾ ਹੈ ਕਿ ਇਹ ਥੋੜ੍ਹਾ ਜਿਹਾ ਟਾਈਮ ਕਿਉਂ ਨਹੀਂ ਜਾ ਰਿਹਾ, ਕਿਉਂ ਨਹੀਂ ਜਲਦੀ, ਬਿਕੋਜ਼ ਆਈ ਰੀਅਲੀ ਵਾਂਟ ਟੂ ਐਕਚੁਅਲੀ ਗੋ, ਆਈ ਰੀਅਲੀ ਵਾਂਟ ਟੂ ਸੀ, ਆਈ ਰੀਅਲੀ ਵਾਂਟ ਟੂ ਅਚੀਵ ਸਮਥਿੰਗ। ਉਸ ਕਿਸਮ ਦੀ ਜਿਹੜੀ ਗੱਲ ਆ ਉਹਦੀ ਫੀਲਿੰਗ ਹੋ ਰਹੀ। ਜਿਹਨੂੰ ਸਾਹਿਬ ਨੇ ਕਿਤੇ ਕਿਹਾ ਉਮਕਿਓ ਹੀਓ ਮਿਲਨ ਪਰ ਬਤਾਈ, ਉਮਕਾ ਇੰਤਹਾ ਦੀ ਜਿਹੜੀ ਹੈ ਉਸ ਲੈਵਲ 'ਤੇ ਇਮੋਸ਼ਨਸ ਦੀ ਗੱਲ ਹੋ ਰਹੀ ਹੈ। ਇਹਦੇ ਛੋਟੀ ਜਿਹੀ ਵੀ ਬਾਤ ਨਾਲ ਐਡ ਕਰਦੇ ਹਾਂ। ਅੱਜ ਤੇ ਮੈਂਟਲ ਹੈਲਥ 'ਚ ਇਹਨਾਂ ਚੀਜ਼ਾਂ ਨੂੰ ਬਹੁਤ ਡੀਪਲੀ ਕੰਸੀਡਰ ਕੀਤਾ ਜਾਂਦਾ ਆ। ਅਦਰਵਾਈਜ਼ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ, ਪਰ ਫਿਰ ਵੀ ਕਿਉਂਕਿ ਫਾਰਮਾਕੋਲੋਜੀਕਲ ਮਾਡਲ ਹੈਗਾ ਸਾਡੇ ਕੋਲ, ਜਿਹੜੀ ਫਾਰਮਾਸਿਊਟੀਕਲ ਜਿਹੜਾ ਵੱਡੇ ਲੈਵਲ 'ਤੇ ਇੰਡਸਟਰੀ ਦਾ ਇੰਪੈਕਟ ਆ, ਉਹਨਾਂ ਦੀ ਲੀਡ ਆ ਹਰ ਜਗ੍ਹਾ 'ਤੇ। ਅਤੇ ਆਪ ਦੇਖਦੇ ਹੋ ਕਿ ਅੱਜ ਕੱਲ੍ਹ ਆਮ ਲੋਕਾਂ ਨੂੰ ਕਹਿ ਦਿੱਤਾ ਜਾਂਦਾ ਉਹ ਫਲਾਂ ਦੈਟ ਇਜ਼ ਬਾਇਪੋਲਰ, ਫਲਾਂ ਹਾਂਜੀ ਉਹਨੂੰ ਐਕਚੁਅਲੀ ਡੂਅਲ ਪਰਸਨੈਲਿਟੀ ਡਿਸਆਰਡਰ, ਫਲਾਂ ਕੌਂਕਰ ਡਿਸਆਰਡਰ। ਯੂ ਮਾਈਟ ਹੈਵ ਹਰਡ ਦੋਜ਼ ਕਾਈਂਡ ਆਫ ਜਿਹੜੇ ਨੇ ਸਪੈਸੀਫਿਕਲੀ ਜਿਹੜੇ ਲੋਕਾਂ ਨੂੰ ਡਾਇਗਨੋਸ ਦੇ ਦਿੱਤੇ ਜਾਂਦੇ ਨੇ। ਜੇ ਡੀਪ ਲੈਵਲ 'ਤੇ ਦੇਖੋਗੇ ਤਾਂ ਮੂਡ ਸਵਿੰਗ ਕਰਦਾ ਆ। ਅਤੇ ਹਰ ਇੱਕ ਇੰਡੀਵਿਜੂਅਲ, ਮੈਂ ਤਾਂ ਕਈ ਵਾਰੀ ਕਹਿੰਦਾ ਜੇ ਕਿਤੇ ਡਾਇਗਨੋਸ 'ਚੋਂ ਕੱਢਿਆ ਜਾਏ ਤਾਂ ਸਾਡੇ 'ਚੋਂ ਆਲਮੋਸਟ 90% ਲੋਕ ਜਿਹੜੇ ਨੇ ਬਾਈਪੋਲਰ ਨਿਕਲ ਆਉਣਗੇ। ਇਹਦਾ ਕਾਰਨ ਕੀ ਹੈਗਾ? ਕਿਉਂਕਿ ਮੂਡ ਸਵਿੰਗ ਕਰਦਾ ਆ। ਇਹ ਕਈ ਚੀਜ਼ਾਂ 'ਤੇ ਡਿਪੈਂਡ ਕਰਦਾ ਆ। ਮਤਲਬ ਮੈਂ ਤੁਹਾਨੂੰ ਛੋਟੀ ਜਿਹੀ ਵੀ ਐਗਜ਼ਾਮਪਲ ਵੀ ਦੇਵਾਂ ਤੇ ਹੈ ਕਿ ਕਈ ਵਾਰੀ ਬੰਦੇ ਦਾ ਹੋਰ ਕੁਛ ਵੀ ਨਾ ਹੋਏ, ਆਇਰਨ ਦਾ ਲੈਵਲ ਹੀ ਲੋ ਜਾਂ ਹਾਈ ਹੋਏ, ਉਹੀ ਬਹੁਤ ਕੁਝ ਫਰਕ ਪਾ ਦਿੰਦਾ। B12 ਕਿੰਨੀ ਕੁ ਵੱਡੀ ਚੀਜ਼ ਮੰਨਦੇ ਹਾਂ ਅਸੀਂ, ਬਹੁਤ ਵੱਡਾ ਫਰਕ ਪਾ ਦਿੰਦਾ। ਛੋਟੇ ਛੋਟੇ ਜਿਹੜੇ ਸਾਰ ਤੱਤ ਸਾਡੇ ਅੰਦਰ ਨੇ, ਤੁਸੀਂ ਮੈਗਨੀਸ਼ੀਅਮ ਤੋਂ ਲੈ ਕੇ ਜਿਹੜਾ ਹੈਗਾ ਫਾਸਫੇਟ, ਹਰ ਚੀਜ਼ ਜਿਹੜੀ ਹੈ, ਛੋਟੇ ਛੋਟੇ ਕੰਪੋਨੈਂਟਸ ਜਿਹੜੇ ਨੇ, ਦੇ ਪਲੇਡ ਏ ਬਿਗ ਰੋਲ ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸਾਡੀ ਇਸ ਬਾਡੀ ਦੀ ਕੈਮਿਸਟਰੀ ਦੀ ਗੱਲ ਕਰਦੇ ਹੈਗੇ ਆ। ਫਿਰ ਇਕੱਲਾ ਇਹ ਹੀ ਨਹੀਂ, ਇਹਦੇ ਨਾਲ ਤੁਹਾਡੀ ਅੱਜ ਫੂਡ ਚੋਇਸਿਸ ਕੀ ਸੀਗਾ, ਤੁਹਾਡਾ ਗਲੈਨ ਨੇ ਜਿਹੜੇ ਕੈਮੀਕਲ ਪ੍ਰੋਡਿਊਸ ਕੀਤੇ ਨੇ ਉਹਨਾਂ ਦਾ ਲੈਵਲ ਕੀ ਸੀਗਾ। ਫਿਰ ਇਹਦੇ ਨਾਲ ਤੁਹਾਡਾ ਇਨਵਾਇਰਮੈਂਟ, ਹੋ ਸਕਦਾ ਸਵੇਰੇ ਬਹੁਤ ਠੀਕ ਹੋਏ, ਐਨਰਜੀ ਹੋਏ, ਸਭ ਕੁਛ ਹੋਏ, ਪਰ ਅਲਟੀਮੇਟਲੀ ਕੁਝ ਇਹੋ ਜਿਹਾ ਮੈਸੇਜ ਆ ਗਿਆ, ਕਿਸੇ ਨੇ ਬੜੇ ਬੈਡ ਵੇ ਦੇ ਨਾਲ ਤੁਹਾਨੂੰ ਟਰੀਟ ਕਰ ਦਿੱਤਾ, ਔਰ ਸਮਹਾਓ ਯੂ ਮੇਡ ਸਮ ਕਾਈਂਡ ਆਫ ਐਰਰ ਔਰ ਸਮ ਕਾਈਂਡ ਆਫ ਮਿਸਟੇਕ, ਉਹਦੇ ਨਾਲ ਕੁਝ ਇਹੋ ਜਿਹੀ ਚੀਜ਼ ਹੋ ਗਈ। ਤਾਂ ਉਸ ਸਾਰੇ ਦੇ ਵਿੱਚੋਂ ਹੁਣ ਜੇ ਨਿਕਲਣਾ ਆ, ਪਹਿਲਾਂ ਉਸ ਫੀਲਿੰਗ ਨੂੰ ਐਡਰੈਸ ਕਰੋਗੇ। ਜਿਹਨੂੰ ਐਡਰੈਸ ਨਹੀਂ ਕਰੋਗੇ, ਯੂ ਕੈਨ ਨੋਟ ਅਵੋਇਡ ਇਟ। ਇਫ ਯੂ ਟਰਾਈ ਟੂ ਅਵੋਇਡ ਇਟ, ਓਕੇ ਡੋਂਟ ਵਰੀ, ਇਹਦੇ ਬਾਰੇ ਸੋਚਣਾ ਹੀ ਨਹੀਂ ਹੈਗਾ, ਛੱਡੋ ਪਰ ਇਹਨੂੰ, ਹਾਂ ਪੋਜ਼ੀਟਿਵ ਨੈਗੇਟਿਵ ਉਸ ਪਾਸੇ ਚੱਲਦੇ ਨਹੀਂ ਹੋਏਗਾ। ਇਫ ਸਮਥਿੰਗ ਐਕਚੁਅਲੀ have actually you can say occurred or something you can noticed, then you have to pay attention. ਜੇ ਉਹਨੂੰ ਅਟੈਂਸ਼ਨ ਪੇ ਨਹੀਂ ਕਰੋਗੇ, ਬਾਤ ਨਹੀਂ ਬਣੇਗੀ। ਗੁਰੂ ਗ੍ਰੰਥ ਸਾਹਿਬ ਤੁਸੀਂ ਰਾਗਾਂ ਦੇਖੋ, ਕਿਤਨਾ ਰਾਗ ਸਾਰੇ ਮੂਡ ਨਾਲ ਡਿਪੈਂਡ ਕਰਦੇ ਨੇ। ਰਾਗਾਂ ਦਾ ਮੁੱਖ ਸੰਬੰਧ 3 ਚੀਜ਼ਾਂ ਨਾਲ ਹੁੰਦਾ ਹੈ। ਨੰਬਰ 1 ਸਮੇਂ ਨਾਲ, ਨੰਬਰ 2 ਸੀਜ਼ਨ ਨਾਲ, ਅਤੇ ਨੰਬਰ 3 ਮੂਡ ਨਾਲ। ਖਿਆਲ ਗਾਇਕੀ ਸਾਰੀ ਇਹਦੇ 'ਚ ਨਿਕਲੀ ਹੈ। ਖਿਆਲ ਨਾ, ਬੰਦਾ ਖਿਆਲ ਗਾਉਂਦਾ, ਖਿਆਲ ਗਾਇਆ ਜਾ ਰਿਹਾ, ਕੋਈ ਖਿਆਲ ਅੰਦਰ ਕਰਕੇ ਉਸੇ ਤਰੀਕੇ ਦਾ ਮੂਡ ਬਣਾ ਕੇ ਗਾਇਆ ਜਾ ਰਿਹਾ, ਖਿਆਲ ਗਾਇਕੀ ਇਹਨੂੰ ਕਹਿੰਦੇ ਨੇ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਮਤਲਬ ਇੱਕੋ ਹੀ ਗੁਰੂ ਸਾਹਿਬ ਕਹਿੰਦੇ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ, ਚੜ੍ਹਦੀ ਕਲਾ ਦੇ 'ਚ ਮਲਹਾਰ ਗਾਓ ਤੁਸੀਂ, ਚੜ੍ਹਦੀ ਕਲਾ ਦੇ 'ਚ ਸੂਹੀ ਗਾਓ ਤੁਸੀਂ, ਹਰ ਰਾਗ ਹੀ ਉਸ ਲੈਵਲ 'ਤੇ ਹੈ। ਮਤਲਬ ਮਲਾਪ ਦੇ ਸੁਖਮਈ ਇਸ ਰੂਪ ਦੇ ਵਿੱਚ ਅਸੀਂ ਇਹਦੇ ਵਿੱਚ ਜਿਹੜਾ ਹੈਗਾ ਬਿਹਾਗੜਾ ਵੀ ਵੇਖਦੇ ਹੈਗੇ ਆ। ਮਤਲਬ ਅਸੀਂ ਇਹਦੇ 'ਚ ਗੌੜੀ ਦੀਆਂ ਉਹ ਵਣਗੀਆਂ ਦੇਖਦੇ ਹਾਂ ਜਿਹੜੀਆਂ ਕਈ ਰੂਪ ਦੀਆਂ ਨੇ। ਸੋ ਇਹ ਸਭ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਉਸ ਚੀਜ਼ ਨੂੰ ਐਡਰੈਸ ਨਹੀਂ ਕਰਦੇ, ਹੁਣ ਸਪੋਜ਼ ਕਰੋ, ਹੁਣ ਤਾਂ ਬੱਚਿਆਂ ਨੂੰ ਡੀਲ ਕਰਨ ਵਾਸਤੇ ਸਮਝਾਇਆ ਜਾਂਦਾ ਹੈ। ਕਈ ਵਾਰੀ ਬੱਚਾ ਆ ਬੜਾ ਡਾਊਨ ਆ, ਬੜਾ
ਲੋਨਲੀ ਫੀਲ ਕਰਦਾ ਆ ਤੇ ਤੁਸੀਂ ਉਹਨੂੰ ਜਾ ਕੇ ਚੀਅਰ ਅਪ ਕਰਨ ਹੋਣ ਵਾਸਤੇ ਕਹਿੰਦੇ ਉਹ ਚੀਅਰ ਅਪ ਕਮ ਔਨ ਡੋਂਟ ਵਰੀ ਇਟਸ ਨੋਟ ਅ ਬਿਗ ਡੀਲ ਤੇ ਚੱਲਾ ਲੈਟਸ ਈਟ ਸਮ ਕਾਈਂਡ ਆਫ ਚੋਕਲੇਟਸ ਐਂਡ ਆਲ ਦਿਸ ਮਤਲਬ ਤੁਸੀਂ ਉਹਨੂੰ ਨਹੀਂ ਸਮਝਿਆ ਯੂ ਆਰ ਨੋਟ ਏਬਲ ਟੂ ਅੰਡਰਸਟੈਂਡ ਦੈਟ ਇੰਡੀਵਿਜੂਅਲ ਐਟ ਆਲ ਉਹ ਜੇ ਹੈ ਉਹਦੇ ਨਾਲ ਜਾ ਕੇ ਬੈਠੋ ਉਹਨੂੰ ਦੱਸੋ ਉਹਨੂੰ ਵੀ ਬੇਟਾ ਯਾ there are actually sometimes when we feel like that and it's okay this kind of if we have that kind of feeling it's okay ਆਪਣੀ ਕੋਈ ਸਟੋਰੀ ਸ਼ੇਅਰ ਕਰੋ ਫਿਰ ਦੱਸੋ ਕਿ ਇਹ ਚੀਜ਼ ਵਿੱਚੋਂ ਲਰਨ ਕਰੀਦਾ ਆ ਆਪਣੇ ਬਾਰੇ ਵੀ ਦੂਜਿਆਂ ਬਾਰੇ ਵੀ ਮੇਰੇ ਇਮੋਸ਼ਨਸ ਹਾਈ ਨੇ ਮੇਰੇ ਇਮੋਸ਼ਨਸ ਲੋ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੇ ਦਾ ਸਾਰਾ ਕੰਮ ਸਪਿਰਿਚੁਅਲਿਟੀ ਦਾ ਹੈ ਤੇ ਕਾਉਂਸਲਿੰਗ ਦਾ ਆ ਇਹਦੇ 'ਚ ਸਿਰਫ ਦਵਾਈ ਕੰਮ ਨਹੀਂ ਕਰਦੀ ਇਹਦੇ 'ਚ ਹੋਰ ਹਾਂ ਇਫ ਦੇਰ ਆਰ ਸਮ ਕਾਈਂਡ ਆਫ ਕੈਮੀਕਲ ਇੰਬੈਲੈਂਸਮੈਂਟ ਦੈਨ ਗੋ ਫॉर ਮੈਡੀਸਿਨਸ that is actually very important otherwise try to pay attention actually what's going on inside ਤੇ ਉਹ ਜੇ ਕੰਪਨੀ ਉਹ ਜੀ ਸੰਗਤ ਉਹ ਜਿਹਾ ਹੋਏ ਜਦੋਂ ਉਮਕਾਹ ਦਾ ਸਮਾਂ ਆ ਬਹੁਤ ਜ਼ਿਆਦਾ ਤੇ ਉਸ ਸਮੇਂ ਦੇ ਵਿੱਚ ਜਿਵੇਂ ਫਿਰ ਮਾਫੀ ਚਾਹਾਂਗਾ ਮੈਂ ਕਿਉਂਕਿ ਅੱਜ ਥੋੜਾ ਮੇਰਾ ਕੁਛ ਕਿਸਮ ਦੀ ਮੇਰੀ ਸਾਰਾ ਦਿਨ ਪੜ੍ਹਾਈ ਵੀ ਚੱਲਦੀ ਰਹੀ ਹੈ ਤੇ ਉਹਦੇ 'ਚ ਹੋਇਆ ਹੈ ਕਿ ਜਿਵੇਂ ADHD ਵਗੈਰਾ ਹੈਗਾ ਆ ਬੱਚੇ ਨੂੰ ਹਾਈਪਰ ਜਿਹੜਾ ਹੈਗਾ ਐਨਰਜੀ ਹੈ ਬੜਾ ਹਾਈਪਰ ਹੈ ਬੱਚਾ ਤੇ ਉਸਨੂੰ ਤੁਸੀਂ ਦਵਾਈ ਦੇ ਜ਼ਰੀਏ ਉਹਦੀ ਜਿਹੜੀ ਹਾਈਪਰਨੈਸ ਹੈ ਉਹਨੂੰ ਸਪਰੈਸ ਕਰ ਦਿਓਗੇ ਹੋ ਜਾਏਗੀ ਹਾਂ ADHD ਲਿਟਰਲੀ ਤੌਰ ਤੇ ਮੈਡੀਸਿਨ ਚਾਹੀਦੀ ਹੁੰਦੀ ਹੈ ਜੇ ਕੋਈ ਫਿਜ਼ੀਕਲ ਕੋਈ ਨਿਊਰੋਸਾਈਨ ਤੋਂ ਕੋਈ ਇਸ਼ੂ ਹੋਏ ਤੇ ਪਰ ਜੇ ਤੁਸੀਂ ਸਿਰਫ ਉਹਨੂੰ ਐਡਰੈਸ ਕਰ ਸਕਦੇ ਹੋ ਹੁਣ ਉਹਦੀ ਹਾਈਪਰਨੈਸ ਹੈਗੀ ਹੈ ਉਸ ਐਨਰਜੀ ਨੂੰ ਯੂਜ਼ ਕਰ ਲਓ ਉਹਦੇ ਨਾਲ ਨੱਚੋ ਕੁੱਦੋ ਟੱਪੋ ਚੀਕਾਂ ਮਾਰੋ ਗੱਲਾਂ ਬਾਤਾਂ ਕਰੋ ਸਾਰਾ ਕੁਝ ਇੱਕ ਲੈਵਲ ਤੇ ਲੈ ਆਓ ਉਹਨੂੰ ਉਸ ਤੋਂ ਬਾਅਦ ਉਹਨੂੰ ਕਹੋ ਕਿ ਓਕੇ ਇਟ ਵਾਜ਼ ਫਨ ਯੂ ਨੋ ਵਟ ਐਵਰ ਵੀ ਵਰ ਡੂਇੰਗ ਬਟ ਨਾਓ ਇਜ਼ ਦ ਟਾਈਮ ਵੀ ਵਿਲ ਡੂ ਸਮਥਿੰਗ ਐਂਡ ਆਫਟਰ ਦੈਟ ਵੀ ਵਿਲ ਡੂ ਦ ਸੇਮ ਥਿੰਗ ਅਗੇਨ ਟਾਈਮ ਬਾਏ ਕਰ ਲਿਆ ਵਿੱਚੋਂ ਜਿਹੜਾ ਆ ਸ਼ਬਦ ਆ ਰਿਹਾ ਨਾ ਉਮਕਿਓ ਹੀਓ ਮਿਲਨ ਪ੍ਰਭ ਤਾਈ ਜਿਹੜੀ ਬਾਤ ਕਰ ਰਹੇ ਸੀ ਅਸੁਨ ਪ੍ਰੇਮ ਉਮਾਹੜਾ ਜਿਹੜੇ ਲੋਕ ਧਾਰਮਿਕ ਖੇਤਰ 'ਚ ਤੁਹਾਨੂੰ ਮਿਲ ਜਾਣਗੇ ਵੀ ਸਪੋਜ਼ ਕੋਈ ਲੈਕਚਰ ਸੁਣ ਲਿਆ ਕਿਸੇ ਦਾ ਮਾਫੀ ਮੰਗਾਂਗਾ ਮੈਂ ਸਾਡੇ ਸ਼ਹੀਦਾਂ ਦਾ ਲੈਵਲ ਬਹੁਤ ਉੱਚਾ ਹੈ ਸਾਡੇ ਘਰ ਦੇ 'ਚ ਪਰ ਕਈ ਵਾਰ ਹੋਇਆ ਕਿਸੇ ਨੇ ਲੈਕਚਰ ਕੀਤਾ ਸ਼ਹਾਦਤ ਦੀਆਂ ਬਾਤਾਂ ਹੋਈਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਹੋ ਰਹੀ ਕਿਸੇ ਤਰੀਕੇ ਦੀ ਸਾਹਮਣੇ ਵਾਲੇ ਬੈਠੇ ਵਾਲੇ ਬੰਦੇ 'ਚ ਇੱਕਦਮ ਬੈਰਾਗ ਦੀ ਹਾਲਤ ਬਣੀ ਜਕਾਰੇ ਛੱਡ ਦਿੱਤੇ ਵੀ ਕਮਾਲ ਮਤਲਬ ਅੰਦਰ ਇੱਕਦਮ ਦਿਲ ਦੇ 'ਚੋਂ ਬਾਤ ਆ ਗਈ ਤੇ ਨਾਲ ਹੀ ਇਹ ਕਹਿਤਾ ਵੀ ਬਸ ਹੁਣ ਮੈਂ ਤੇ ਬਸ ਖੰਡੇ ਬਾਟੇ ਦੀ ਪਹੁਲ ਲੈ ਲੈਣੀ ਮੈਂ ਤੇ ਬਸ ਪੱਕਾ ਜਟਾ ਕਿਉਂਕਿ ਸੁਣ ਲਿਆ ਮੈਂ ਸਾਰਾ ਕੁਝ ਇਸ ਤਰੀਕੇ ਨਾਲ ਅੰਦਰ ਦਾ ਮਨ ਬੜਾ ਕੰਪਲੈਕਸ ਆ ਜੇ ਇੰਨੀ ਜਲਦੀ ਚੜ ਗਿਆ ਪਾਰਾ ਜਿਹਨੂੰ ਕਹਿੰਦੇ ਤਿਵਰ ਬੈਰਾਗ ਲੈਂਦਿਆਂ ਵੀ ਦੇਰ ਨਹੀਂ ਲੱਗੇਗੀ ਉਸੇ ਸ਼ਖਸ ਨੂੰ ਫਿਰ ਤੁਸੀਂ ਥੋੜੇ ਦਿਨਾਂ ਬਾਅਦ ਦੇਖੋਗੇ ਕਿ ਹੋਏਗਾ ਕੋਈ ਬੰਦਾ ਕਹਿ ਰਿਹਾ ਓਏ ਤੂੰ ਲੈ ਇਹਦੇ 'ਚ ਕਿਹੜੀ ਗੱਲ ਹੈ ਤੂੰ ਇਸ ਤਰ੍ਹਾਂ ਕਰ ਲੈ ਫਿਰ ਉਹਨੂੰ ਲੱਗੇਗਾ ਕਿ ਆਹ ਕਿਉਂਕਿ ਇਮੋਸ਼ਨਲੀ ਹਾਈ ਹੋ ਗਏ ਜਦੋਂ ਇਮੋਸ਼ਨਲ ਬਰਸਟ ਹੁੰਦਾ ਬੰਦੇ ਦੇ ਵਿੱਚ ਵੱਡੇ ਲੈਵਲ ਤੇ ਬੰਦੇ ਨੂੰ ਕਿਹਾ ਜਾਂਦਾ ਡੋਂਟ ਮੇਕ ਡਿਸੀਜ਼ਨਸ ਉਦੋਂ ਬਣਾਉਣੇ ਚਾਹੀਦੇ ਨੇ ਜਦੋਂ ਇਮੋਸ਼ਨਲੀ ਸਟੇਬਿਲਿਟੀ ਹੈ ਈਵਨ ਲੜਾਈ ਵਿੱਚ ਵੀ ਤੇ ਈਵਨ ਪਿਆਰ ਵਿੱਚ ਵੀ ਕਈ ਵਾਰ ਹੁੰਦਾ ਕਿਸੇ ਨਾਲ ਤੁਸੀਂ ਬਹੁਤ ਇਮੋਸ਼ਨਲੀ ਇੱਕਦਮ ਬੜਾ ਤੁਸੀਂ ਗ੍ਰੀਨ ਫੀਲ ਕਰਦੇ ਹੋ ਉਸ ਤਰੀਕੇ ਨਾਲ ਤੁਸੀਂ ਕਹਿੰਦੇ ਹਾਂ ਇਮੋਸ਼ਨਲੀ ਹਾਈ ਹੋ ਗਏ ਹੁਣ ਉਹਨੂੰ ਆਪਣੀ ਕਾਰ ਦੀ ਗੱਡੀ ਵੀ ਦੇਣੀ ਸ਼ੁਰੂ ਕਰਤੀ ਉਹਨੂੰ ਘਰ ਵੀ ਬੁਲਾ ਲਿਆ ਕਿ ਕਈ ਵਾਰ ਇਸ ਤਰੀਕੇ ਲੋਕ ਹੋਣਗੇ ਭਾਈ ਬੀ ਸਟੇਬਲ ਵਾਟ ਆਰ ਯੂ ਡੂਇੰਗ ਸਟੇਬਿਲਿਟੀ 'ਚੋਂ ਬਹੁਤ ਚੀਜ਼ਾਂ ਨਿਕਲਦੀਆਂ ਇਮੋਸ਼ਨਲੀ ਸਟੇਬਲ ਹੋਗੇ ਫਿਰ ਸੋਚੋ ਪ੍ਰੋ ਐਂਡ ਕੌਨਸ ਦੇਖੋ ਸਾਰੇ ਰੂਪ ਨੂੰ ਗੁਰੂ ਸਾਹਿਬ ਸਪਿਰਿਚੁਅਲ ਸਾਈਡ ਤੋਂ ਬਹੁਤ ਇਸ ਸੋਚ ਨਾਲ ਇਸ ਸਟੇਬਿਲਿਟੀ ਨਾਲ ਸਾਨੂੰ ਅੰਗੇਜ ਕਰਦੇ ਅਦਰਵਾਈਜ਼ ਲੋਕਾਂ 'ਚ ਇੱਕਦਮ ਉਤਸ਼ਾਹ ਪੈਦਾ ਹੋਇਆ ਧਰਮੀ ਹੋਣ ਦਾ ਧਰਮ ਵਾਲੇ ਪਾਸੇ ਚੱਲਣ ਦਾ ਤੇ ਆਲੇ ਦੁਆਲੇ ਲੋਕ ਬੈਠੇ ਨੇ ਜਿੰਨੇ ਵੱਡੇ ਡੇਰੇ ਬਣੇ ਪੰਜਾਬ ਦੀ ਫਿਜ਼ਾਂ ਦੇ 'ਚ ਉਹ ਲੋਕ ਨੇ ਜਿਹੜੇ ਵਿਚਾਰੇ ਤਿਬਰ ਬੈਰਾਗੀ ਸੀਗੇ people who were looking something to actually get from spiritual side and somehow they get trapped in
with these kind of ਡੇਰਾਜ਼ or these kind of cults, and after that ਉਹਦੇ ਵਿੱਚ ਹੀ ਸਟਕ ਹੋ ਗਏ। ਮੁੜ ਕੇ ਕਈਆਂ ਨੂੰ ਪਤਾ ਵੀ ਲੱਗਾ, ਫਿਰ ਉਹ ਇਤਨੀ ਹਿੰਮਤ ਵੀ ਨਹੀਂ ਹੁੰਦੀ, ਬੰਦਾ ਕਹਿੰਦਾ ਕੀ ਲੋਕੀ ਕਹਿਣਗੇ, ਇਸ ਸਿਰਾਂ ਤੇ ਫਿਰ ਬੰਦਾ ਉਸੇ ਚੀਜ਼ ਨੂੰ ਪਾਲਦਾ ਤੁਰਿਆ ਲਗਾ ਜਾਂਦਾ ਹੈਗਾ। ਗੁਰੂ ਸਾਹਿਬ ਨੇ ਵਾਰ-ਵਾਰ ਬਿਆਨ ਕੀਤਾ, ਨਾ ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿੰਜਾਣ ਕੈ ਤਾਂ ਕੀਚੈ ਵਪਾਰ। ਜਿਹਦਾ ਵਪਾਰ ਕਰਨ ਲੱਗਾ ਪਹਿਲਾਂ ਪਛਾਣ ਉਹਨੂੰ ਵੀ ਵਾਕਿਆ 'ਚ ਇਹ ਸਫੀਸ਼ੀਐਂਟ ਵੀ ਹੈ, ਐਨਫ ਵੀ ਹੈ, ਇਹ ਮਤਲਬ ਜਿਹੜਾ ਹੈਗਾ ਆ ਇਹ ਮੇਰੇ ਵਾਸਤੇ ਇੱਥੇ ਕੋਈ ਆਪਣਾ ਜਿਵੇਂ ਅਸੀਂ ਕੋਈ ਚੀਜ਼ ਖਰੀਦਣ ਲਈ ਜਾਂਦੇ ਹਾਂ ਕਿ ਇਜ਼ ਇਟ ਵਰਥ ਟੂ ਸਪੈਂਡ ਦੈਟ ਮਚ ਮਨੀ ਫॉर ਦੈਟ ਪ੍ਰੋਡਕਟ। ਜੇ ਨਹੀਂ ਹੈਗਾ ਤੇ ਫਿਰ ਬੰਦਾ ਕਹਿੰਦਾ ਨਹੀਂ ਨਹੀਂ ਇਟਸ ਨੋਟ ਵਰਥ। ਜਿਸ ਕਿਤੇ ਆਸਥਾ ਸ਼ਰਧਾ ਪਿਆਰ ਸਨੇਹ ਕੋਈ ਅਧਿਆਤਮਿਕ ਤਲ ਤੇ ਲਾਉਣ ਲੱਗੇ, ਦੇਖੋ ਵਰਥ ਵੀ ਹੈ। ਐਸਾ ਨਾ ਹੋਏ ਕਿਤੇ ਤੁਸੀਂ ਉਸ ਲੈਵਲ ਤੇ ਜਿਹੜਾ ਇਮੋਸ਼ਨਲ ਸਾਈਡ ਤੋਂ ਕਰ ਲਓ। ਇੱਥੇ ਗੁਰੂ ਸਾਹਿਬ ਨੇ ਕਿਹਾ ਮੇਰੇ ਅੰਦਰ ਉਮਾ ਪੈਦਾ ਹੋਇਆ ਹੈ, ਕਿਉਂਕਿ ਇਹ ਮਲਾਪ ਦੀ ਅਵਸਥਾ ਤੱਕ ਲੈ ਕੇ ਜਾਣਾ, ਇਹ ਹਿਜਰਤ ਤੋਂ ਸ਼ੁਰੂ ਹੋਇਆ ਤੇ ਵਸਾਲ ਤੱਕ ਲੈ ਜਾਣਾ। 12 ਮਾਹ ਦੀ ਸਾਰੀ ਇੱਕ ਤਰ੍ਹਾਂ ਦੀ ਜਿਹਨੂੰ ਕਹਿੰਦੇ ਨਾ ਅਸੀਂ ਇੱਕ ਸਵਿੰਗ, ਇੱਕ ਪੀਂਗ ਆ ਪੂਰੀ ਦੀ ਪੂਰੀ ਇਸ ਤਰੀਕੇ ਨਾਲ। ਗੁਰੂ ਬਾਬਾ ਜੀ ਨੇ ਕਿਹਾ ਅਸੁਨ ਪ੍ਰੇਮ ਉਮਾਹੜਾ, ਤੂੰ ਉਮਾ ਕਾਹਦਾ ਹੈ, ਕਿਉਂ ਮਿਲੀ ਹੈ ਹਰ ਜਾਏ, ਕਿਹੜਾ ਸਮਾਂ ਹੋਏ ਜਦੋਂ ਹਰੀ ਨਾਲ ਮਲਾਪ ਹੋ ਜਾਏ, ਜਦੋਂ ਉਹਦੇ ਨਾਲ ਬਣ ਆਵੇ, ਉਹਦੇ ਨਾਲ ਆਤਮ ਸਾਥ ਹੋ ਜਾਵਾਂ। ਫਿਰ ਕਿਆ ਮਨ ਤਨ ਪਿਆਸ ਦਰਸ਼ਨ ਕਣੀ, ਮਨ ਕਰਕੇ ਤਨ ਕਰਕੇ ਕਣੀ ਬੇਤਹਾਸ਼ਾ, ਜਿਹਦਾ ਕੋਈ ਮੈਜਰਮੈਂਟ ਨਹੀਂ ਹੋ ਸਕਦਾ, ਇਤਨੀ ਪਿਆਸ ਅੰਦਰ ਲੱਗ ਗਈ ਹੈ। ਤੁਸੀਂ ਇਸ ਚੀਜ਼ ਨੂੰ ਵੀ ਦੇਖੋ, ਕਦੇ ਕਈ ਵਾਰ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਹੁੰਦੀ, ਮੇਨ ਫਿਜ਼ੀਕਲੀ ਸਾਨੂੰ ਕੋਈ ਵਾਕਿਆ 'ਚ ਦੀ ਆਵਸ਼ਕਤਾ ਨਹੀਂ ਹੁੰਦੀ, ਪਰ ਜਿਹੜੀ ਸਾਈਕੋਲੋਜੀਕਲ ਕ੍ਰੇਵਿੰਗ ਆ ਇਹ ਬਹੁਤ ਜ਼ੋਰਾਵਰ ਹੋ ਜਾਂਦੀ ਹੈ। ਐਡਿਕਸ਼ਨ 'ਤੇ ਮੈਨੂੰ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ, ਅਸੀਂ ਦੇਖਿਆ ਕਿ ਫਿਜ਼ੀਕਲ ਐਡਿਕਸ਼ਨ ਬਹੁਤ ਘੱਟ ਹੁੰਦੀ ਹੈ, ਜਿੱਥੇ ਵਾਕਿਆ 'ਚ ਫਿਜ਼ੀਕਲੀ ਬੰਦੇ ਨੂੰ ਡਿਪੈਂਡੈਂਸੀ ਕ੍ਰੀਏਟ ਹੋ ਜਾਏ, ਹੁੰਦੀ ਹੈ ਪਰ ਬਹੁਤ ਥੋੜ੍ਹੀ ਹੁੰਦੀ ਹੈ, ਜ਼ਿਆਦਾ ਸਾਈਕੋਲੋਜੀਕਲ ਹੁੰਦੀ ਹੈ। ਬੰਦਾ ਉਸ ਤਰੀਕੇ ਨਾਲ ਕੋ ਸੋਚ ਹੀ ਨਹੀਂ ਸਕਦਾ, ਇੱਕੋ ਚੀਜ਼ ਸੋਚੀ ਜਾਂਦਾ ਵਾਰ-ਵਾਰ। ਉਸ ਨੂੰ ਕਿਸੇ ਤਰੀਕੇ ਦੇ ਨਾਲ ਉਹਨੂੰ ਐਡਰੈਸ ਕਰਨ ਦੀ ਲੋੜ ਹੁੰਦੀ ਹੈ। ਇਹ ਹੈ ਮਨ ਤਨ ਪਿਆਸ ਦਰਸ਼ਨ ਕਣੀ, ਕਿਸੇ ਚੀਜ਼ ਦੀ ਬਹੁਤ ਤਾਂਘ ਲੱਗ ਜੇ। ਫਿਰ ਇਹ ਵੀ ਹੈ ਇਸ ਚੀਜ਼ ਨੂੰ ਅਸੀਂ ਅੱਜ ਦੀ ਮਾਡਰਨ ਲੈਂਗੁਏਜ ਵਿੱਚ ਕਹਿੰਦੇ ਹਾਂ, ਜਿਵੇਂ ਆਪਨੇ ਸ਼ਾਇਦ ਇਹ ਵਰਡ ਸੁਣੇ ਹੋਣਗੇ ਕਿ from mental health side we have few stuff is positive, few stuff is negative. Anxiety है positive भी होंदी है, negative भी होंदी है। Positive anxiety is good, negative नहीं। Stress या positive या negative या positive stress is good, negative नहीं। Aggression positive is good, negative is not। ਸੋ ਇਹਦਾ ਪਤਾ ਦੀ ਫਿਰ ਪੂਰੀ ਡੈਫੀਨੇਸ਼ਨ ਆ ਪੂਰੇ ਮਨੁੱਖੀ ਵਿਹਾਰ ਦੇ ਉੱਤੇ। ਜਿਹੜੇ ਬਿਹੇਵੀਅਰਿਸਟ ਹੈਗੇ ਨੇ ਉਹਨਾਂ ਨੇ ਬਿਲਕੁਲ ਸਟੱਡੀਜ਼ ਕਰ ਕਰਕੇ ਚੀਜ਼ਾਂ ਲਿਆਂਦੀਆਂ ਨੇ। ਜਿਹੜਾ ਕ੍ਰੇਵਿੰਗ ਵੀ ਹੈ ਇਹ ਵੀ ਗੁੱਡ ਤੇ ਬੈਡ ਹੁੰਦੀ ਹੈ। ਜਿਹੜੀ ਆਹ ਕ੍ਰੇਵਿੰਗ ਹੈ ਸਾਈਕੋਲੋਜੀਕਲ ਸਾਈਡ ਤੇ, ਦਿਸ ਇਜ਼ ਗੁੱਡ। ਬੰਦੇ 'ਚ ਤਾਂਘ ਹੋਏ ਤੇ ਇਹਦੇ ਕੁਝ ਸਾਈਨ ਸਿੰਪਟਮਸ ਵੀ ਦੇਖੇ ਜਾ ਸਕਦੇ ਨੇ। ਇਹਦੇ ਬਾਰੇ ਇਹ ਹੈਗਾ ਕਿ ਜਿਵੇਂ ਬੰਦਾ ਸਵੇਰੇ ਅੱਖਾਂ ਖੁੱਲ੍ਹੀਆਂ ਨੇ, ਅੱਖਾਂ ਖੁੱਲ੍ਹਦਿਆਂ ਨਾਲ ਮੋਸਟਲੀ ਕ੍ਰੇਵਿੰਗ ਹੁੰਦੀ ਹੈ ਫੂਡ ਦੀ। ਜੇ ਫੂਡ ਦੀ ਨਾ ਹੋਵੇ ਤੇ ਫਿਰ ਬੰਦੇ ਨੂੰ ਕੁਝ ਹੋਰ ਹੁੰਦੀ ਹੈ ਕਿਉਂਕਿ ਮੈਂ ਕਿਸੇ ਨੂੰ ਮਿਲਣਾ ਆ ਕੁਛ ਹੋਰ ਤਰੀਕੇ ਨਾਲ, ਜਾਂ ਫਿਰ ਇਹ ਚੀਜ਼ ਨਹੀਂ ਹੈਗੀ ਤੇ ਫਿਰ ਬੰਦੇ ਸਟਰੈਸ ਹੁੰਦਾ ਆ। ਸਟਰੈਸ ਹੁੰਦਾ ਕਿ ਕੰਮ ਕਾਰ ਆ, ਟਾਸਕ ਕਰਨ ਵਾਲੇ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਇਹ ਸਾਰੇ ਦੇ ਜੇ ਕਿਤੇ ਬੰਦੇ ਨੂੰ ਇਸ ਚੀਜ਼ ਦੀ ਸਾਈਕੋਲੋਜੀਕਲ ਉਸ ਵਕਤ ਇੱਕ ਤਰ੍ਹਾਂ ਮਹਿਸੂਸ ਹੈ ਕਿ ਅੱਖਾਂ ਖੁੱਲ੍ਹੀਆਂ ਤੇ ਇੱਕਦਮ ਖਿਆਲ ਆਇਆ ਅੱਛਾ ਦਿਨ ਚੜ੍ਹ ਗਿਆ, ਚਲੋ ਥੋੜ੍ਹੀ ਦੇਰ ਬੈਠ ਕੇ ਮੈਡੀਟੇਸ਼ਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਐਕਚੁਅਲੀ ਦੈਟਸ ਏ ਗੁੱਡ ਕ੍ਰੇਵਿੰਗ। ਇਸ ਨੂੰ ਅੱਜ ਮਾਡਰਨ ਲਿਟਰੇਚਰ 'ਚ ਜਿਹੜਾ ਹੈਗਾ ਪੋਸਟ ਮਾਡਰਨ ਪੀਰੀਅਡ 'ਚ ਇਹ ਚੀਜ਼ਾਂ ਕਈਆਂ ਬਿਆਨੀਆਂ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਦੇਖੋ ਗੁਰੂ ਸਾਹਿਬ ਕੀ ਲਿਖ ਰਹੇ ਨੇ, ਮਨ ਤਨ ਪਿਆਸ ਦਰਸ਼ਨ ਕਰਨੀ। ਐਕਚੁਅਲੀ ਉਸ ਦਰਸ਼ਨ ਦੀ ਗੱਲ ਹੋ ਰਹੀ ਹੈ, ਕਿਉਂਕਿ ਲਿਟਰਲੀ ਤੌਰ 'ਤੇ ਅਦਰਵਾਈਜ਼ ਭਾਰਤੀ ਖਿੱਤੇ ਦੇ 'ਚ ਲੋਕੀ ਮੂਰਤੀਆਂ ਪੂਜ ਲੈਂਦੇ ਸੀਗੇ ਕੁਝ ਇਸ ਕਿਸਮ ਦੇ ਨਾਲ। ਕੁਝ ਲਿਟਰਲੀ ਤੌਰ 'ਤੇ ਲੋਕੀ ਈਵਨ ਤੁਸੀਂ ਰਜਨੀਸ਼ ਵਰਗੇ ਸ਼ਖਸ ਨੂੰ ਦੇਖੋ, ਮੇਰਾ ਨਹੀਂ ਖਿਆਲ ਕੋਈ ਇੰਨਾ ਜ਼ਿਆਦਾ ਇੰਟਲੈਕਚੁਅਲ ਫਿਲਾਸਫਰ ਅਤੇ ਹਾਈਲੀ ਐਜੂਕੇਟਡ ਬੰਦਾ ਕੋਈ ਆਵੇ ਮਤਲਬ ਇਸ ਤਰੀਕੇ ਨਾਲ। ਪਰ ਇਹਦੇ ਬਾਵਜੂਦ ਵੀ ਜਿਹੜਾ ਉਹਨੇ ਪ੍ਰੋਡਕਟ ਵੇਚਿਆ
ਭਗਵਾਨ ਬਣ ਗਿਆ ਉਹ। ਹੁਣ ਭਾਰਤੀ ਖਿੱਤੇ 'ਚ ਭਗਵਾਨ ਦੇ ਪ੍ਰਤੀ ਤੁਹਾਡੀ ਜਿਹੜੀ ਹੈਗੀ ਆਸਥਾ ਕਿਵੇਂ ਦੀ ਹੁੰਦੀ ਹੈ? ਭਗਵਾਨ ਦੇ ਤੇ ਲੋਕੀ ਦਰਸ਼ਨ ਕਰਨਾ ਚਾਹੁੰਦੇ ਨੇ। ਹੁਣ ਉਹ ਜਿਹੜੀ ਚੀਜ਼ ਆ, ਜਿਸ ਤਰੀਕੇ ਨਾਲ ਭਗਵਾਨ ਦੀ ਮੂਰਤੀ ਬਣਾ ਲਈ, ਭਗਵਾਨ ਕੋਈ ਬੰਦਾ ਬਣ ਕੇ ਬੈਠ ਗਿਆ, ਲੋਕੀ ਉਧਰ ਨੂੰ ਭੱਜਣਗੇ। ਗੁਰੂ ਬਾਬਾ ਜੀ ਨੇ ਇਸ ਸਾਰੇ ਚੋਂ ਕੱਢ ਕੇ ਸ਼ਬਦ ਤੇ ਲਿਆਏ। ਕਿਆ? ਸ਼ਬਦ ਦੇ ਜ਼ਰੀਏ ਅਸੀਂ ਬਚਨ ਪੜ੍ਹਦੇ ਹਾਂ, ਵਾਹ ਵਾਹ ਬਾਣੀ ਨਿਰੰਕਾਰ ਹੈ। ਜਿਹੜਾ ਹੈ ਹੀ ਨਿਰੰਕਾਰ ਤੇ ਉਹ ਬਾਣੀ ਦੇ ਵਿੱਚ, ਤੇ ਬਾਣੀ ਦੇ ਜ਼ਰੀਏ ਪਕੜਨਾ ਆ। ਤੇ ਤਿਸ ਜੇਵੜ ਅਵਰਨਾ, ਉਹਦੀ ਰਿਪਲੇਸਮੈਂਟ ਵੀ ਕੋਈ ਨਹੀਂ, ਉਹਦੇ ਵਰਗਾ ਕੋਈ ਹੋਰ ਹੈ ਨਹੀਂ, ਉਹਨੂੰ ਹੀ ਪਕੜ। ਇੱਥੇ ਮਹਾਰਾਜ ਨੇ ਕਿਹਾ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ, ਕੋਈ ਆਣ। ਅਨੋਨਿਮਸਲੀ ਕਿਸੇ ਦੀ ਵੀ ਗੱਲ ਹੋ ਗਈ। ਇਹਦਾ ਕਾਰਨ ਵੀ ਇਹ ਹੈ ਕਿ ਜਿਹੜੀ ਧਾਰਮਿਕਤਾ ਉਸ ਖਿੱਤੇ 'ਚ ਰਹੀ ਹੈ, ਉਹ ਬੜਾ ਰਿਜ਼ਰਵਡ ਜਿਹੜਾ ਹੈਗਾ ਏਰੀਆ ਸੀਗਾ ਕੁਝ ਲੋਕਾਂ ਦਾ, ਜਿਹੜੇ ਐਕਸਪਰਟ ਸੀਗੇ ਤੇ ਜਿਹੜੇ ਦੂਜਿਆਂ ਨੂੰ ਉਹਦੇ ਵਿੱਚ ਗਾਈਡ ਕਰਦੇ, ਲੀਡ ਕਰਦੇ ਤੇ ਉਹਨਾਂ ਦੇ ਮਾਸਟਰ ਬਣਦੇ ਬ੍ਰਾਹਮਣੀ ਧਾਰਾ ਵਿੱਚ। ਤੁਸੀਂ ਉਸ ਤੋਂ ਬਾਹਰ ਨਹੀਂ ਜਾ ਸਕਦੇ। ਮੈਨੂੰ ਯਾਦ ਆ ਕਿ ਹੁਣ ਤੇ ਖੈਰ ਗੁਰਮਤਿ ਅਵੇਅਰਨੈਸ ਨਾਲ ਕਾਫੀ ਕੁਛ ਬਦਲਿਆ ਆ। ਇੱਕ ਵਾਰੀ ਸਾਡੇ ਕੁਝ ਸੱਜਣ ਹਰਿਦੁਆਰ, ਕੋਈ ਕਾਫੀ ਸਮਾਂ ਪਹਿਲਾਂ ਦੀ ਗੱਲ ਆ, ਉਹ ਕੋਈ ਫੌਤ ਹੋ ਗਿਆ ਪਿੰਡ ਤੋਂ, ਤੇ ਉਹਦੇ ਅਸਥਪਾਨ ਲਈ ਚਲੇ ਗਏ। ਜਦੋਂ ਅਸਥਪਾਨ ਲਈ ਚਲੇ ਗਏ ਉੱਥੇ, ਜਿਹਨਾਂ ਨੂੰ ਅਸੀਂ ਮਤਲਬ ਫੁੱਲ ਕਹਿ ਦਿੰਦੇ ਹਾਂ ਕਈ ਵਾਰੀ, ਤੇ ਉਹ ਜਦੋਂ ਅਸਥਪਾਨ ਲਈ ਗਏ ਉੱਥੇ ਰਿਮੇਨਸ ਜਾਂ ਐਸ਼ਸ ਜਿਹੜੇ ਹੁੰਦੇ ਨੇ, ਤੇ ਉਹਦੇ ਨਾਲ ਹੋਇਆ ਇਹ ਕਿ ਉਹਨਾਂ ਨੇ ਜਾ ਕੇ ਕਿਹਾ ਕਿ ਅਸੀਂ ਅਸਥ ਪਾਉਣੇ ਨੇ। ਵਿੱਚ ਉਹ ਜਿਹੜਾ ਦਰਿਆ ਆ ਉੱਥੇ ਬਣਿਆ ਵੱਡਾ ਮੰਦਰ ਵਗੈਰਾ ਸਥਾਨ। ਉਹ ਕਹਿੰਦੇ ਨੇ ਜੀ ਨਹੀਂ, ਐਵੇਂ ਨਹੀਂ ਪਾਉਣੇ ਹੈਗੇ, ਤੁਸੀਂ ਦੱਸੋ ਵੀ ਤੁਸੀਂ ਕਿੱਥੋਂ ਆਏ ਹੋ। ਉਹਨੇ ਕਿਹਾ ਜੀ ਅਸੀਂ ਫਲਾਂ ਫਲਾਂ ਜਗ੍ਹਾ ਤੋਂ ਆਏ। ਉਹਨਾਂ ਨੇ ਜਿਹੜਾ ਦੱਸਿਆ ਲੋਕਲ ਇਲਾਕਾ ਆਪਣਾ। ਉਹ ਕਹਿੰਦੇ ਨਹੀਂ ਨਹੀਂ, ਤੁਸੀਂ ਪਾਰਟੀਸ਼ਨ ਤੋਂ ਬਾਅਦ ਇੱਥੇ ਆਏ ਹੋ, ਪਾਰਟੀਸ਼ਨ ਤੋਂ ਪਹਿਲਾਂ ਕਿੱਥੇ ਰਹਿੰਦੇ ਸੀ ਦੱਸੋ। ਓਕੇ ਜੀ, ਉਹ ਦੱਸਿਆ। ਉਹ ਕਹਿੰਦੇ ਠੀਕ ਹੈ। ਫਿਰ ਬਕਾਇਦਾ ਇੱਕ ਬੰਦੇ ਕੋਲ ਭੇਜਿਆ ਗਿਆ, ਉਹਨੇ ਰਿਕਾਰਡ ਦੇਖਿਆ। ਰਿਕਾਰਡ ਦੇਖ ਕੇ ਸਾਰਾ ਉਹ ਕਹਿੰਦੇ ਜੀ ਤੁਹਾਡੇ ਇਸ ਸਾਰੇ ਕਿਰਿਆਕਲਾਪ ਦਾ ਜਿਹਦੀ ਜ਼ਿੰਮੇਵਾਰੀ ਹੈ ਉਹ ਬੰਦਾ ਇਸ ਵਕਤ ਬ੍ਰੇਕ ਤੇ ਹੈ, ਤੇ ਉਹ ਕੋਈ 2 ਘੰਟੇ ਬਾਅਦ ਆਏਗਾ, ਫਿਰ ਉਹ ਤੁਹਾਡੀ ਮਦਦ ਕਰੇਗਾ। ਫਿਰ ਕਮਾਲ ਹੈ, ਤੁਸੀਂ ਸਾਰੇ ਬੈਠੇ ਹੀ ਇੰਨੀ ਦੂਰੋਂ ਆਏ, ਵਾਪਸ ਜਾਣਾ ਨਿਬੇੜੋ ਕੰਮ, ਕਾਹਦੇ ਲਈ ਇਹਦੇ 'ਚ ਹੀ ਪਾਉਣੇ ਨਾ। ਉਹ ਕਹਿੰਦੇ ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਇਹ ਬਕਾਇਦਾ ਤੌਰ ਤੇ ਸਾਰਿਆਂ ਨੂੰ ਉਹਨਾਂ ਦਾ ਏਰੀਆ ਰਿਜ਼ਰਵ ਕਰਕੇ ਉਹਨਾਂ ਦਾ ਉਸੇ ਤਰੀਕੇ ਨਾਲ ਦਿੱਤਾ ਹੈ, ਉਹਨਾਂ ਦੇ ਜ਼ਰੀਏ ਹੀ ਤੁਸੀਂ ਕਰੋਗੇ। ਸੋ ਇਸੇ ਜਿਹੜੀ ਧਰਮ ਦੇ ਖੇਤਰ ਦੀ ਬਾਤ ਸੀ ਕਿ ਉਹਦੇ ਵਿੱਚ ਵੀ ਮਨੋਪਲੀ ਸੀ, ਸਭ ਚੀਜ਼ਾਂ ਸੀਗੀਆਂ, ਤੇ ਗੁਰੂ ਸਾਹਿਬ ਨੇ ਤੋੜੀਆਂ। ਹੋਰ ਤੇ ਹੋਰ ਜ਼ਾਤ ਦੀ ਵੀ ਤੋੜ ਦਿੱਤੀ ਕਿਸੇ ਤਰੀਕੇ, ਹਰ ਈਵਨ ਮਜ਼ਹਬ ਦੀ ਵੰਨਗੀ ਵੀ ਤੋੜ। ਤੁਸੀਂ ਦੇਖੋ, ਅਸੀਂ ਸਵੇਰੇ ਸਵੇਰੇ ਆ ਕੇ ਭਗਤ ਫਰੀਦ ਜੀ ਦਾ ਹੁਕਮਨਾਮਾ ਲੱਗਾ ਹੋਇਆ, ਲੋਕਾਂ ਦੇ ਕਹਿਣ ਮੁਤਾਬਕ ਤੇ ਨਮਾਜ਼ੀ ਹੈ, ਸਾਡੇ ਲਈ ਉਸ ਦਿਨ ਦਾ ਸਾਡਾ ਗੁਰੂ ਦਾ ਉਪਦੇਸ਼ ਹੈ, ਮਾਸਟਰ। ਤੋੜਤੀ ਦੇਖੋ ਤੁਸੀਂ ਬੰਦਸ਼, ਬਿਲਕੁਲ। ਕਿਸੇ ਲਈ ਅਜੇ ਤੱਕ ਵੀ ਐਸੇ ਲੋਕ ਹੈਗੇ ਨੇ। ਮੈਂ ਤੇ ਰੀਸੈਂਟਲੀ ਇੱਕ ਡਾਕੂਮੈਂਟਰੀ ਦੇਖ ਰਿਹਾ ਸੀਗਾ ਕਾਸਟਿਜ਼ਮ ਦੇ ਉੱਤੇ, ਤੇ ਜਿਹੜਾ ਹੈਗਾ ਆ ਇਹੋ ਜਿਹੇ ਲੋਕ ਜਿਹੜੇ ਕਿਸੇ ਖਾਸ ਕਾਸਟ ਦੇ ਬੰਦੇ ਨੂੰ ਸਵੇਰੇ ਸਵੇਰੇ ਵੇਖ ਲੈਣ ਕਿਤੇ, ਜਾਂ ਉਹਦਾ ਕਿਤੇ ਨਾਂ ਕੋਈ ਲੈ ਦੇ, ਜਾਂ ਉਹਦਾ ਕੋਈ ਪਰਛਾਵਾਂ ਪੈ ਜਾਓ, ਕਹਿੰਦੇ ਲੈ ਦਿਨ ਹੀ ਨਾਸ ਹੋ ਗਿਆ। ਤੁਸੀਂ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਆਓ ਤੇ ਤੁਹਾਨੂੰ ਆ ਕੇ ਜਿਹੜਾ ਹੈਗਾ ਇੱਥੇ ਹੁਕਮਨਾਮਾ ਸਰਵਣ ਕਰਨ ਨੂੰ ਜਾਂ ਪੜ੍ਹਨ ਨੂੰ ਮਿਲ ਜਾਏ ਵੀ जब हम होते तब तू ना ही, अब तू ही मैं ना ही, अनल अंग अगम जैसे लहर में ओदत जल केवल जल माही, माधवे क्या कहिए परम ऐसा, जैसा मानिए होए ना तैसा। तुसी हो गए धन भाग ने, असीस मिलिए किदी भगत रविदास जी दे, है ना। बिल्कुल देखो बदल गया। इनमिन बाबा कबीर जी ने, भगत नामदेव जी ने, सो ये अनोनिमस कर दिता। कोई आण मिलाव है, कोई ये नहीं हैगा कि कोई स्पैसीफिकली कोई फलां श्रेणी जाना, फलां श्रेणी जाना। सो गुरु बाबा जी ਉਹਦੀ बात करते, प्यास है करतार नाल जुड़न दी, ते ਉਹਦੇ ਲਈ कोई मेरे लिए सोर्स बन जाए, भाव कोई मैनू सच दे राह ते पा देवे। अगला बचन है, संत सहाय प्रेम के हों तिन के लागा पाए। संत सहाय ਜਿਹੜੇ ਸੱਤ ਰੂਹਾਂ ਨੇ, ਮੈਂ ਅੱਗੇ ਬਾਤ ਕੀਤੀ ਸ਼ੈਡੋਇੰਗ ਜਿਹੜੀ ਹੈ ਇਹ ਬੜੀ ਜ਼ਰੂਰੀ ਹੁੰਦੀ ਹੈ, ਪਰ ਇਹਦੇ ਲਈ ਮੁਸ਼ਕਿਲ ਇਹ ਵੀ ਬਣਦੀ ਕਿ ਪਖੰਡ ਬੜਾ, ਅਡੰਬਰ ਬੜਾ। ਅਕਸਰ ਅਸੀਂ ਇਹ ਗੱਲ ਕਰਦੇ ਹਾਂ, ਅਤੇ ਮੈਂ ਗੁਰਮਤਿ ਆਸ਼ੀਸ਼ ਬਾਤ ਕਰਦਾ ਹਾਂ
संत लभो ना संताप बन जाओ, बस ये ते जोर लाओ। जो मैं लभने रब रहा आले दुआले, मैं आप होवां दूजियां वास्ते रोल मॉडल बना, ये ते एफर्ट पावां। यही संगत आ। इत्थे जिक्र आया संत सहाय प्रेम के हों तिन के लागा पाए, विण प्रभ क्यों सुख पाईया दूजी ना ही जाए। बाकी प्रभु तो बिना सुख नहीं। आत्मक तौर पर जे बंदे ने अपने आप को सही तरीके नाल डिवेलप करना आ, साड़ी बैटरमेंट उस अकाल पुरख एग्जिस्टेंस नूं समझ के उन्होंने एहसास की हो सकती है, वो बात हो रही है। जिन्हीं चाख्या प्रेम रस से तृप्त रहे आघाए, जिन्हों ने इस प्रेम के रस नूं, क्योंकि प्रेमा भगती है सारी है, कोई ना तो किसी किस्म की योग हट धात साधना आ, ना कोई किसी को फोर्स किया जा रहा भी आ शरा शरीयत आ इस किस्म की, ना ये तो बिल्कुल साडे अंदर दी दुनिया को समझ के अंदरों एक प्रेरणा की बात हो रही है सारी। सो क्या जिन्हीं चाख्या प्रेम रस से तृप्त रहे आघाए, आप त्याग बिनती करें लेह प्रभु लड़ लाए। हे प्रभु जिहड़े अपना आपा त्याग करके उस रूप दे च आ गए, उन्हां दे मैं लड़ लग जावां ते मैनू भी ये बिरती मिल जाए, यदी बात हो रही है। जो हर कंत मिलाइयां से विछुड़ कते ना जाए। जिन्होंने मालिक एक बार तरस करके अपने राह ते तोर लैंदा, उन्होंने फिर विछोड़े नहीं। प्रभु दूजा को नहीं नानक हर शरणाए। हे नानक प्रभु तो बिना साडा कोई होर सहारा नहीं, इस करके उहदी शरण चलीए। बिल्कुल अंतरी लाइन है, असों सुखी वसंदियां जिन्हां मया हर राय। मया एक्चुअली दद्दे नूं रिप्लेस किया गया मम्मे दे नाल, लैवल वह जोड़ा वधाण वास्ते। अदरवाइज वर्ड है दया, मया ते दया बिल्कुल क्लोज पाए बनते हैं। इस करके क्या असू सुखी वसंदियां जिन्ना मया हर राय, जिन्ना ते हरि अकाल पुरख वाहिगुरु ने जो कंपैशन दा ओशन आ, जो एक तरस दा दरिया आ असल ते जिन्हें उहदे ते तरस किया, वो जिन्हां दे उत्ते उस अकाल पुरख वाहिगुरु ने तरस किया, उहदे तरस दा सदका उन्होंने अपने इस आत्मक जीवन की सरबुलंदगी की प्राप्ति हुई। सब रहमत करन, इन आलमी वाक़िਆਂ चों चंगेरी प्रेरणा मिले। इन्नियां क बेनतियां नाल खिमा भुलां गलतियां ना चितारियो जे। सब प्रेम कह देना जी। वाहिगुरु जी का खालसा, वाहिगुरु जी की फतेह।